हेलो दोस्तों, ਅੱਜ ਆਪਾਂ ਜੋ ਗੱਲ ਕਰਨ ਜਾ ਰਹੇ ਹਾਂ ਆਪਣੇ ਟੌਪਿਕ ਵਰਗ ਅਤੇ ਵਰਗਮੂਲ ਬਾਰੇ ਗੱਲ ਕਰਨ ਜਾ ਰਹੇ ਹਾਂ। ਵਰਗ ਬਾਰੇ ਤੁਸੀਂ ਪਿਛਲੀਆਂ ਕਲਾਸਾਂ ਵਿੱਚ ਸੁਣਿਆ ਹੋਇਆ ਹੈ ਕਿ ਧਿਆਨ 'ਚ ਹੈ ਆਪਾਂ ਕਿੱਥੇ ਕਿੱਥੇ ਸੁਣਿਆ। ਆਪਾਂ ਦੋ ਥਾਵਾਂ ਤੇ ਸੁਣਿਆ ਹੋਇਆ ਹੈ, ਇੱਕ ਜਿਓਮੈਟਰੀ ਦੇ ਵਿੱਚ ਵਰਗ ਇੱਕ ਚਤੁਰਭੁਜ ਹੈ ਜਿਸ ਦੀਆਂ ਚਾਰੇ ਭੁਜਾਵਾਂ ਬਰਾਬਰ ਨੇ ਅਤੇ ਚਾਰੋਂ ਕੋਣ ਕੀ ਨੇ 90 डिग्री। एक तो आप ये बारे सुनिया, दूसरा आप घात अंक के रूप में सुनिया 5 का वर्ग। तो आप की करते सी 5 की घात 2 मतलब 2 बार गुना आप दोहां सुनिया। हुण क्वेश्चन ये उठता है कि इन्हां दोहां दे विच कोई संबंध है घात वाले दे विच अते इस ज्योमैट्री वाले दे विच की कोई संबंध है। सब तो पहली गल देखते हैं, आपां नूं पता है आ भुजा या साइड बोलते हैं आपां इसनूं, ते जो वर्ग का खेत्रफल हुंदा है वो हुंदा है भुजा गुना भुजा। ठीक, इत्थे जे मैं इहदी गल कहां तां जो आपां 5 दे वर्ग की अगर गल करिए, किसी भी संख्या दे वर्ग 5 6 7 8 9 10 कोई भी हो सकता है, तो वह हो गया 5 गुना 5। तो जे कंपैरिजन किया जाए, ध्यान नाल देखा जाए, भुजा गुना भुजा संख्या गुना संख्या इको गल आ गई। तो फिर असल दे विच जिहड़ी वर्ग संख्या है, जदों भी आपां किसी संख्या दे वर्ग की गल करते हैं जिन्हों आपां बोलते हैं वर्ग संख्या है, अगर अपने कोले वर्ग संख्या है तो असल दे विच की हुंदी है ज्योमैट्री दे रूप च ज्योमैट्री दे विच ओह वर्ग दा खेत्रफल हुंदी है। क्योंकि अगर मैं कहा इत्थे भुजा 5 है तो वर्ग दा फिर खेत्रफल की होगा 5 गुना 5 25, जो भी इकाई है सेंटीमीटर या वर्ग सेंटीमीटर वर्ग मीटर या वर्ग मिलीमीटर। तो देखो 5 का वर्ग 25, वर्ग का खेत्रफल की हो गया 25 हो गया। तो फिर असल दे विच की हो गया जिहड़ी वर्ग संख्या होगी वो की होगी वर्ग का खेत्रफल होगी। तो इन्हां दोहां दे विच आ रिलेशन है जिस ते आपां हुण डिटेल दे विच गल करनी है। तो सब तो पहला आपां कुछ इहदे गुणा ते गल करदे हां। जो मेन गल है वर्ग संख्यावां दे गुण, प्रॉपर्टीज ऑफ स्केयर नंबर्स, प्रॉपर्टी ऑफ स्केयर नंबर्स आपां इस ते गल करते हैं। सब तो पहला कुछ उदाहरण लेके चलते हैं। संख्या संख्या दा वर्ग, एक संख्या एक दा वर्ग एक दी घात 2, 1 गुना 1 1 एकम 1, 2 2 दी घात 2 2 गुना 2 4, 3 3 दी घात 2 3 3 9, 4 4 दी घात 2 चौकम चौकी 16, 5 5 दी घात 2 5 5 25, 6 6 दी घात 2 6 कम 6 की 36, 7 7 दी घात 2 7 7 49, 8 8 दी घात 2 8 8 64, संख्या 9 9 दी घात 2 9 9 81, संख्या 10 10 दी घात 2 10 गुना 10 100। मैं इत्थे पहलियां 10 संख्यावां दी गल कीती है क्योंकि इत्थे जिहड़ी आपां गल करनी है, मैं इत्थे गल कर रहे आपां इकाई दे अंक दी गल कर रहे हैं, सिर्फ इकाई दा इन्हां दी वर्ग संख्यावां दे इकाई दे अंक दी।
ਤੇ ਜਦੋਂ ਆਪਾਂ 11 12 ਦੀ ਗੱਲ ਕਰਾਂਗੇ ਪਿੱਛੇ ਤਾਂ ਆਹੀ ਅੰਕ ਰਹਿਣੇ ਨੇ ਨਾ, ਇਕਾਈ ਦੇ ਅੰਕ ਤਾਂ ਇਹੀ ਰਹਿਣੇ ਨੇ। ਤਾਂ ਜਿਹੜੇ ਅੰਕ ਰਹਿਣਗੇ ਉਹ ਕਿਹੜੇ ਰਹਿਣਗੇ? ਆਹ ਰਹਿਣਗੇ। ਤੇ ਕਿਹੜੇ ਕਿਹੜੇ ਨੇ ਇਕਾਈ ਦੇ ਅੰਕ ਉਹ ਦੇਖੋ, ਵਰਗ ਸੰਖਿਆਵਾਂ ਦੇ ਇਕਾਈ ਅੰਕ ਚੈੱਕ ਕਰਦੇ ਹਾਂ। 1 4 9 6 5 6 ਆਲਰੇਡੀ ਆ ਚੁੱਕਿਆ, 9 ਆਲਰੇਡੀ ਆ ਚੁੱਕਿਆ, 4 ਆਲਰੇਡੀ ਆ ਚੁੱਕਿਆ, 1 ਆਲਰੇਡੀ ਆ ਚੁੱਕਿਆ, 0। ਅਗਰ ਇਹਨੂੰ ਆਪਾਂ ਆਰਡਰ 'ਚ ਲਿਖੀਏ 0 1 4 5 6 9 ਤਾਂ ਇਹਦਾ ਮਤਲਬ ਅਗਰ ਕਿਸੇ ਸੰਖਿਆ ਦੇ ਇਕਾਈ ਦੇ ਅੰਕ ਦੇ ਵਿੱਚ ਆ 6 ਅੰਕ ਆ ਗਏ 0 1 4 5 6 ਜਾਂ 9 ਤਾਂ ਉਹ ਸੰਖਿਆ ਵਰਗ ਸੰਖਿਆ ਹੋ ਸਕਦੀ ਹੈ ਤੇ ਜਿਸ ਦੇ ਪਿੱਛੇ ਇਸ ਤੋਂ ਬਿਨਾ ਅੰਕ ਆ ਗਏ। ਕਿਹੜੇ ਕਿਹੜੇ ਨੇ ਇਹਦੇ ਉਸ ਤੋਂ ਬਿਨਾ? ਜੇ ਕਿਸੇ ਸੰਖਿਆ ਦੇ ਇਕਾਈ ਅੰਕ ਇਸ ਤੋਂ ਬਿਨਾ ਕਿਹੜੇ ਕਿਹੜੇ ਰਹਿ ਗਏ ਦੇਖੋ, 2 3 7 8 2 3 7 ਜਾਂ 8 ਹੋਵੇ ਤਾਂ ਉਹ ਸੰਖਿਆ ਵਰਗ ਸੰਖਿਆ ਨਹੀਂ ਹੁੰਦੀ। ਕਿਉਂਕਿ ਦੇਖੋ ਅਗਰ ਆ 6 ਅੰਕਾਂ ਤਾਂ ਆਪਾਂ ਚੈੱਕ ਕਰ ਸਕਦੇ ਹਾਂ ਕਿ ਉਹ ਵਰਗ ਸੰਖਿਆ ਹੈ ਜਾਂ ਨਹੀਂ, ਉਹਨਾਂ 'ਚ ਹੋ ਵੀ ਸਕਦੀ ਹੈ ਨਹੀਂ ਵੀ, ਪਰ ਇੱਕ ਚੀਜ਼ ਸ਼ਿਓਰ ਹੋ ਗਈ ਕਿਉਂਕਿ ਜਦੋਂ ਆਪਾਂ ਗੁਣ ਦੀ ਗੱਲ ਕਰਦੇ ਹਾਂ ਆਪਾਂ ਸ਼ਿਓਰਟੀ ਚੀਜ਼ਾਂ ਦੀ ਗੱਲ ਲਿਖਣੀ ਹੈ ਵੀ ਇੱਕ ਚੀਜ਼ ਸ਼ਿਓਰ ਹੋ ਗਈ, ਅਗਰ ਅੰਕ ਇਕਾਈ ਦਾ ਅੰਕ 2 3 7 ਜਾਂ 8 ਆ ਗਿਆ ਤਾਂ ਇਹਦਾ ਮਤਲਬ ਕਲੀਅਰ ਹੋ ਗਿਆ ਕਿ ਜਿਹੜੀ ਸੰਖਿਆ ਹੈ ਉਹ ਵਰਗ ਸੰਖਿਆ ਨਹੀਂ ਹੁੰਦੀ। ਇਹ ਹੋ ਗਿਆ ਆਪਣਾ ਪਹਿਲਾ ਗੁਣ। ਹੁਣ ਆਪਾਂ ਦੂਸਰੇ ਗੁਣ ਦੀ ਗੱਲ ਕਰਦੇ ਹਾਂ। ਜੋ ਨੈਕਸਟ ਗੁਣ ਕੀ ਕਹਿੰਦਾ ਹੈ? ਕਿਸੇ ਵੀ ਜਿਸਤ ਸੰਖਿਆ ਦਾ ਵਰਗ ਜਿਸਤ ਸੰਖਿਆ ਹੁੰਦਾ ਹੈ। ਇਹ ਆਪਣੇ ਕੋਲੇ ਨੈਕਸਟ ਗੁਣ ਆ ਗਿਆ, ਦੂਸਰਾ ਗੁਣ ਆ ਗਿਆ। ਹੁਣ ਜਿਸਤ ਸੰਖਿਆਵਾਂ ਕਿਹੜੀਆਂ ਹੁੰਦੀਆਂ? ਜੋਟੇ ਵਾਲੀਆਂ। ਉਦਾਹਰਨ 2 4 6 8 10 12 14। ਜਦੋਂ ਆਪਾਂ ਇਹਨਾਂ ਦਾ ਵਰਗ ਕੀਤਾ, 2 ਦਾ ਵਰਗ 2 ਗੁਣਾ 2 4, 4 ਦਾ ਵਰਗ ਚੌਕਮ ਚੌਕੀ 16, 6 ਦਾ ਵਰਗ 6 ਕਮ 6 ਕੀ 36, 8 ਦਾ ਵਰਗ 8 8 64, 10 ਦਾ ਵਰਗ 10 10 100। ਤਾਂ ਜਿਸਤ ਸੰਖਿਆ ਦਾ ਜਦੋਂ ਵਰਗ ਕੀਤਾ, ਧਿਆਨ ਨਾਲ ਦੇਖੀਏ, ਇਹ ਵੀ ਆਪਣੇ ਕੋਲ ਕੀ ਬਣ ਗਿਆ? ਜਿਸਤ ਸੰਖਿਆ ਬਣ ਗਿਆ। ਤਾਂ ਫਿਰ ਕੀ ਬਣ ਗਿਆ ਦੂਸਰੀ ਪ੍ਰੋਪਰਟੀ ਕਿ ਜਿਸਤ ਸੰਖਿਆ ਦਾ ਜਿਹੜਾ ਵਰਗ ਹੈ ਉਹ ਵੀ ਕੀ ਹੁੰਦਾ ਹੈ? ਜਿਸਤ ਸੰਖਿਆ। ਤਾਂ ਇਸੇ ਦੀ ਲਗਾਤਾਰਤਾ 'ਚ ਤੀਸਰੀ ਪ੍ਰੋਪਰਟੀ ਕੀ ਬਣ ਗਈ? ਤੀਸਰਾ ਗੁਣ ਕੀ ਬਣ ਗਿਆ? ਕਿਸੇ ਵੀ ਟਾਂਕ ਸੰਖਿਆ ਦਾ ਜੋ ਵਰਗ ਹੈ ਉਹ ਵੀ ਟਾਂਕ ਸੰਖਿਆ ਹੁੰਦਾ ਹੈ। ਤਾਂ ਜਦੋਂ ਹੁਣ ਆਪਾਂ ਕਲੀ ਵਾਲੀਆਂ ਸੰਖਿਆਵਾਂ ਟਾਂਕ ਸੰਖਿਆਵਾਂ ਦੀ ਗੱਲ ਕਰੀਏ, ਕਿਹੜੀਆਂ ਕਿਹੜੀਆਂ ਨੇ ਆਪਣੇ ਕੋਲੇ? 1 3 5 7 9 11 13 15 17 19। ਤੇ ਜਦੋਂ ਆਪਾਂ ਇਹਨਾਂ ਦਾ ਵਰਗ ਕਰਾਂਗੇ, 1 ਦਾ 1 ਏਕਮ 1, 3 ਦਾ 3 3 9, 5 ਦਾ 5 5 25, 7 ਦਾ 7 7 49, 9 ਦਾ 9 9 81। ਤਾਂ ਟਾਂਕ ਸੰਖਿਆਵਾਂ ਦਾ ਇੱਧਰ ਦੇਖੋ ਧਿਆਨ ਨਾਲ, ਵਰਗ ਵੀ ਕੀ ਹੈ? ਇਹ ਵੀ ਸਾਰੀਆਂ ਕਿਹੜੀਆਂ ਸੰਖਿਆਵਾਂ ਹੋ ਗਈਆਂ? ਟਾਂਕ ਸੰਖਿਆਵਾਂ ਹੋ ਗਈਆਂ। ਤਾਂ ਇਹ ਹੋ ਗਿਆ ਆਪਣੀ ਕੋਲੇ ਤੀਸਰੀ ਪ੍ਰੋਪਰਟੀ। ਕਿਹੜੀ ਹੋ ਗਈ? ਕਿ ਟਾਂਕ ਸੰਖਿਆ ਦਾ ਜੋ ਵਰਗ ਹੈ ਉਹ ਕੀ ਹੁੰਦਾ ਆਪਣੇ ਕੋਲੇ? ਟਾਂਕ ਸੰਖਿਆ ਹੀ ਹੁੰਦਾ ਹੈ। ਨੈਕਸਟ ਚੌਥੇ ਗੁਣ ਤੇ ਆਪਾਂ ਗੱਲ ਕਰਦੇ ਹਾਂ। ਚੌਥਾ ਗੁਣ ਕੀ ਕਹਿੰਦਾ ਹੈ? ਜੋ ਇੰਪੋਰਟੈਂਟ ਚੀਜ਼ ਹੈ ਉਹਨੂੰ ਲਿਖਣ ਤੋਂ ਪਹਿਲਾਂ ਮੈਂ ਇੱਕ ਉਦਾਹਰਨ ਲੈ ਕੇ ਚੱਲ ਰਿਹਾ। ਅਗਰ ਆਪਾਂ ਚੌਥੇ ਗੁਣ ਨੂੰ ਡਿਸਕਸ ਕਰਨਾ ਹੈ ਤਾਂ ਉੱਥੇ ਪਹਿਲਾਂ ਆਪਾਂ ਉਦਾਹਰਨ ਲੈ ਕੇ ਚੱਲਦੇ ਹਾਂ। ਉਦਾਹਰਨ ਕੀ ਹੈ? 3 ਦਾ ਵਰਗ 3 3 9, 4 ਦਾ ਵਰਗ
चौकम चौकी 16, मतलब दो लगातार संख्यावां दे वर्ग। फिलहाल आप ਉਹਦੀ ਗੱਲ कर रहे हैं, एक तो मैं ए ले लिया, अगली उदाहरण कोई भी होर ले रहे हैं, 5 ले ली, 5 5 25, 6 ਛਿਕਮ ਛਿਕੀ 36। ठीक, ਇਹਨਾਂ ਦੇ ਵਿਚਕਾਰ ਦੋ ਲਗਾਤਾਰ ਸੰਖਿਆਵਾਂ ਦੇ ਵਰਗਾਂ ਦੇ ਵਿਚਕਾਰ ਸੰਖਿਆਵਾਂ ਦੀ ਗਿਣਤੀ। ਆਪਣੀ ਇਹ ਪ੍ਰਾਪਰਟੀ ਇਹਦੇ ਨਾਲ ਸੰਬੰਧਿਤ ਹੈ ਕਿ ਜਦੋਂ ਦੋ ਲਗਾਤਾਰ ਸੰਖਿਆਵਾਂ ਦਾ ਵਰਗ ਕੀਤਾ, ਕੋਈ ਵੀ ਦੋ ਲੈ ਲਓ, 5 6 12 13 18 19 30 31, ਤਾਂ ਉਹਨਾਂ ਦੇ ਵਿਚਕਾਰ ਕਿੰਨੀਆਂ ਸੰਖਿਆਵਾਂ ਹੋਣਗੀਆਂ। ਆਪਾਂ ਪਹਿਲਾਂ ਇੱਕ ਛੋਟੀ ਉਦਾਹਰਨ ਦੇਖੋ, ਆ ਲਈ ਹੈ ਮੈਂ, ਇਹ ਚੈੱਕ ਕਰਦੇ ਹਾਂ। 3 ਦਾ ਵਰਗ 9, 4 ਦਾ ਵਰਗ 16, ਤੇ 9 ਅਤੇ 16 ਵਿਚਕਾਰ ਕਿਹੜੀਆਂ ਸੰਖਿਆਵਾਂ ਨੇ? 10 11 12 13 14 15, ਇਹੀ ਨੇ ਨਾ ਵਿਚਕਾਰ। ਤਾਂ ਕੁੱਲ ਕਿੰਨੀਆਂ ਸੰਖਿਆਵਾਂ ਹੋ ਗਈਆਂ? ਗਿਣ ਕੇ ਦੇਖੋ, ਕੁੱਲ 6 ਸੰਖਿਆਵਾਂ ਹੋ ਗਈਆਂ ਆਪਣੇ ਕੋਲੇ। ਤਾਂ 3 ਅਤੇ 4 ਦੇ ਵਰਗ ਦੇ ਵਿਚਕਾਰ 6 ਸੰਖਿਆਵਾਂ ਨੇ। ਇੱਧਰ ਦੇਖਦੇ ਹਾਂ, 25 ਅਤੇ, ਕਿਉਂਕਿ 5 ਦਾ ਵਰਗ 25, 6 ਦਾ ਵਰਗ 36। ਪਹਿਲਾਂ ਸੰਖਿਆਵਾਂ ਦੇਖਦੇ ਹਾਂ ਕਿਹੜੀਆਂ ਕਿਹੜੀਆਂ। ਹੁਣ 25 ਅਤੇ 36 ਵਿਚਕਾਰ 26 27 28 29 30 31 32 33 34 ਅਤੇ 35। ਤਾਂ ਕਿੰਨੀ ਗਿਣਤੀ ਹੋ ਗਈ? 1 2 3 4 5 6 7 8 9 10। ਤਾਂ ਇਹਦਾ ਮਤਲਬ 5 ਅਤੇ 6 ਦੇ ਵਰਗ ਦੇ ਵਿਚਕਾਰ ਆਪਣੇ ਕੋਲੇ ਕਿੰਨੀਆਂ ਸੰਖਿਆਵਾਂ ਨੇ? 10। ਹੁਣ ਸਵਾਲ ਇਹ ਉੱਠਦਾ ਹੈ, ਕਿਉਂਕਿ ਇੱਥੇ ਤਾਂ ਮੈਂ ਆਪਾਂ ਛੋਟੀਆਂ ਉਦਾਹਰਨਾਂ ਲਈਆਂ, 3 ਤੇ 4 ਲਈਆਂ ਨੇ, ਬੜੀ ਆਸਾਨੀ ਦੇ ਨਾਲ ਆਪਾਂ ਵਰਗ ਕੱਢ ਕੇ ਸੰਖਿਆਵਾਂ ਨੂੰ ਗਿਣ ਲਿਆ। ਪਰੰਤੂ ਅਗਰ ਆਪਾਂ ਵੱਡੀਆਂ ਸੰਖਿਆਵਾਂ ਲਈਆਂ, ਜਾਂ ਪੇਪਰ ਦੇ ਵਿੱਚ ਕੋਈ ਕਿਸੇ ਨੇ ਪੁੱਛ ਲਿਆ 18 ਅਤੇ 19 ਦੇ ਵਰਗਾਂ ਵਿਚਕਾਰ ਸੰਖਿਆਵਾਂ, ਤਾਂ ਕੀ ਇਹਨੂੰ ਆਪਾਂ ਹੱਲ ਕਰਾਂਗੇ? ਕੀ ਆਪਾਂ ਇਹਨਾਂ ਨੂੰ ਇਸੇ ਤਰੀਕੇ ਨਾਲ ਹੱਲ ਕਰਾਂਗੇ? ਆਪਾਂ ਚੈੱਕ ਕਰਦੇ ਹਾਂ ਕਿ ਜੇ ਆਪਾਂ ਨੂੰ ਐਂ ਹੱਲ ਕਰਨਾ ਪੈ ਗਿਆ ਤਾਂ ਕੀ ਕਰਨਾ ਪਊਗਾ। ਦੇਖੋ, 18 ਦਾ ਵਰਗ 324, 19 ਦਾ ਵਰਗ 361। ਜਾਂ ਤਾਂ ਤੁਸੀਂ ਕੀ ਕਰੋਗੇ, ਜਿਵੇਂ ਆਪਾਂ ਇਦੋਂ ਪਹਿਲਾਂ ਕਰਕੇ ਹਟਿਆ, ਕੱਲੀ ਕੱਲੀ ਸੰਖਿਆ ਲਿਖੋਗੇ, 325 326 327। ਇੱਕ ਤਰੀਕਾ ਤੁਸੀਂ ਕੀ ਕਰ ਸਕਦੇ ਹੋ, ਤੁਹਾਡੇ ਵਿੱਚੋਂ ਕੁਝ ਕੀ ਸੋਚਾਂਗੇ ਵੀ ਆਪਾਂ ਇਹਨੂੰ ਘਟਾ ਲਈਏ। ਲੇਕਿਨ ਅਗਰ ਘਟਾਉਂਦੇ ਹੋ ਨਾ ਤਾਂ ਇੱਕ ਗਿਣੀ ਜਾਂਦੀ ਹੈ। ਇਹ ਗੱਲ ਯਾਦ ਰੱਖਿਓ, ਇੱਥੇ ਗਲਤੀ ਦੇ ਚਾਂਸ ਆਉਣਗੇ, ਕਿਉਂਕਿ ਅਗਰ ਤੁਸੀਂ ਸੰਖਿਆਵਾਂ ਗਿਣੋਗੇ, ਆਪਾਂ ਗਿਣਦੇ ਹਾਂ, ਦੇਖੋ 325 326 327 28 29 30 31 32 360 ਤੱਕ। ਤਾਂ ਤੁਸੀਂ ਜਦੋਂ ਗਿਣ ਕੇ ਦੇਖੋਗੇ ਨਾ, ਤੁਹਾਡੇ ਕੋਲੇ ਇਹ 36 ਸੰਖਿਆਵਾਂ ਬਣਨਗੀਆਂ। ਤੁਸੀਂ ਗਿਣ ਕੇ ਚੈੱਕ ਕਰਕੇ ਦੇਖੋ ਆਪਣੀਆਂ ਕਾਪੀਆਂ ਤੇ ਕਿ ਮੇਰੀ ਗੱਲ ਸਹੀ ਹੈ ਕਿ ਗਲਤ ਹੈ। ਇਹ ਤੁਹਾਡੇ ਕੋਲੇ 36 ਸੰਖਿਆਵਾਂ ਬਣਨਗੀਆਂ। ਪਰੰਤੂ ਇੱਥੇ ਤਾਂ 37 ਆ ਗਿਆ। ਤਾਂ ਕੀ ਕਰਨਾ ਹੈ? ਇਹ ਕਿਉਂਕਿ ਜਦੋਂ ਆਪਾਂ ਘਟਾਉਂਦੇ ਆ ਨਾ ਤਾਂ ਇੱਕ ਨੂੰ ਜੋੜ, ਇਹ 324 ਜਾਂ 361 ਇੱਕ ਜੁੜ ਜਾਂਦੀ ਹੈ, ਤਾਂ ਇਹਦੇ ਵਿੱਚੋਂ ਇੱਕ ਆਪਣੇ ਕਨੀਓ ਹੋਰ ਘਟਾ ਦਿਓ। ਅਸਲ 'ਚ ਆਨਸਰ ਇਹ ਹੈ। ਇਹ ਵੀ ਹੋ ਗਿਆ। ਲੇਕਿਨ ਅਗਰ ਕੁਐਸਚਨ ਆ ਗਿਆ 52 ਦੀ 2 ਅਤੇ 53 ਦੀ 2, ਫਿਰ ਕੀ ਪਹਿਲਾਂ ਆਪਾਂ ਇਹਨਾਂ ਦਾ ਵਰਗ ਕੱਢਾਂਗੇ, ਉਦੋਂ ਬਾਅਦ ਕੱਢਾਂਗੇ? ਤਾਂ ਦੋਸਤੋ, ਇੱਥੇ ਇੱਕ ਬਹੁਤ ਵਧੀਆ ਤਰੀਕਾ ਹੈ। ਤਰੀਕਾ ਕੀ ਹੈ ਹੁਣ ਉਹ ਦੱਸਦਾ ਮੈਂ। ਤੁਸੀਂ ਕੀ ਕਰਨਾ ਹੈ, ਦੇਖੋ ਹੁਣ ਮੈਂ ਉਦਾਹਰਨ ਲਿਖ ਰਿਹਾ, ਤਰੀਕਾ ਦੱਸ ਰਿਹਾ, ਕਿਉਂਕਿ ਇਹ ਬਹੁਤ ਲੰਬੇ ਤਰੀਕੇ ਨੇ, ਮੈਂ ਪੈਰਲਲ ਲਿਖੇ। ਆਪਾਂ ਕੀ ਕੀਤਾ, 3 ਦੀ 2 ਅਤੇ 4 ਦੀ 2 ਵਿਚਕਾਰ ਕਿੰਨੀਆਂ ਸੰਖਿਆਵਾਂ ਸੀ? 6। ਇਹੀ ਸੀ ਨਾ।
5 ਦੀ 2 ਅਤੇ 6 ਦੀ 2 ਵਿਚਕਾਰ ਕਿੰਨੀਆਂ ਸੰਖਿਆਵਾਂ ਸੀ? 10। ਮੈਂ ਉਦਾਹਰਨ 18 ਤੇ 19 ਲਿਆ ਸੀ। ਇਸ ਕਿੰਨੀਆਂ ਲਿਖਿਆ ਸੀ ਮੈਂ? 36। ਕੀ ਕੋਈ ਤੁਹਾਨੂੰ ਰਿਲੇਸ਼ਨ ਮਿਲ ਰਿਹਾ ਇੱਥੇ? ਦੇਖੋ ਇਹਨਾਂ ਦਾ ਕੀ ਰਿਲੇਸ਼ਨ ਹੈ? ਤਾਂ ਆਪਾਂ ਸਿੱਧਾ ਲਿਖ ਸਕਦੇ ਹਾਂ, ਜਦੋਂ ਦੋ ਲਗਾਤਾਰ ਸੰਖਿਆਵਾਂ ਦੇ ਵਰਗਾਂ ਦੇ ਵਿਚਕਾਰ ਸੰਖਿਆਵਾਂ ਦੀ ਗਿਣਤੀ ਪਤਾ ਕਰਨੀ ਹੋਵੇ ਤਾਂ ਛੋਟੀ ਸੰਖਿਆ ਨੂੰ 2 ਨਾਲ ਗੁਣਾ ਕਰ ਦੋ। ਦੇਖੋ ਫਿਰ ਹੁਣ ਇਹਨਾਂ ਦੋਹਾਂ ਦਾ ਵਰਗ, ਛੋਟੀ ਸੰਖਿਆ 3, 3 ਦੂਣਾ 6, ਛੋਟੀ ਸੰਖਿਆ 5, 5 ਦੂਣਾ 10, ਛੋਟੀ ਸੰਖਿਆ 18, 18 ਦੂਣਾ 36। ਤਾਂ ਜਿਹੜਾ ਕੁਐਸਚਨ ਮੈਂ ਲਿਖਿਆ ਸੀ 52 ਦੀ 2 ਅਤੇ 53 ਦੀ 2 ਦੇ ਵਿਚਕਾਰ ਕਿੰਨੀਆਂ ਸੰਖਿਆਵਾਂ ਹੋਣਗੀਆਂ? ਫਿਰ ਛੋਟੀ ਸੰਖਿਆ ਦੀ 2 ਦੇ ਨਾਲ ਗੁਣਾ। ਤਾਂ ਨਾ ਤਾਂ ਆਪਾਂ ਨੂੰ ਉਰੇ ਵਰਗ ਕੱਢਣ ਦੀ ਲੋੜ ਹੈ, ਨਾ ਆਪਾਂ ਨੂੰ ਉਰੇ ਸੰਖਿਆਵਾਂ ਗਿਣਨ ਦੀ ਲੋੜ ਹੈ, ਨਾ ਆਪਾਂ ਨੂੰ ਉਰੇ ਘਟਾਉਣ ਦੀ ਲੋੜ ਹੈ। ਆਪਾਂ ਕੀ ਕਰਾਂਗੇ? ਸਿੱਧਾ ਆਪਾਂ ਫਾਰਮੂਲਾ ਲਿਖ ਦਾਂਗੇ। ਤਾਂ ਫਿਰ ਇਹ ਕੀ ਕੁਐਸਚਨ ਬਣ ਗਿਆ? ਇਹ ਗੁਣ ਕੀ ਬਣ ਗਿਆ? ਇਹ ਪ੍ਰੋਪਰਟੀ ਕੀ ਬਣ ਗਈ? ਦੋ ਲਗਾਤਾਰ ਸੰਖਿਆਵਾਂ ਦੇ ਵਰਗਾਂ ਦੇ ਵਿਚਕਾਰ ਜਿਹੜੀ ਸੰਖਿਆਵਾਂ ਦੀ ਗਿਣਤੀ ਹੁੰਦੀ ਹੈ ਉਹ ਛੋਟੀ ਸੰਖਿਆ ਦੀ 2 ਨਾਲ ਜਦੋਂ ਗੁਣਾ ਕਰ ਦਿੰਦੇ ਆ ਇਹ ਉਹ ਗਿਣਤੀ ਹੁੰਦੀ ਹੈ। ਹੁਣ ਆਪਾਂ ਅੱਗੇ ਦੇਖੋ, ਆਪਾਂ ਵਰਗ ਲਿਖੇ ਸੀ 1 ਦਾ ਵਰਗ 1 ਗੁਣਾ 1 1, 2 ਦਾ ਵਰਗ 2 ਦੂਣੀ 4, 3 ਦਾ ਵਰਗ 9, 4 ਦਾ ਵਰਗ 16, 5 ਦਾ ਵਰਗ 25। ਉਲਟਾ 6 ਦਾ ਵਰਗ 36, ਮੈਂ ਥੋੜਾ ਉਲਟਾ ਲਿਖ ਰਿਹਾ ਇਸ ਨੂੰ, 7 ਦਾ ਵਰਗ 49, 8 ਦਾ ਵਰਗ 64, 9 ਦਾ ਵਰਗ 81। ਇਹਨੂੰ ਮੈਂ ਉਲਟਾ ਕਿਉਂ ਲਿਖਿਆ? ਦੇਖੋ ਧਿਆਨ ਨਾਲ ਚੈੱਕ ਕਰਕੇ ਦੇਖਦੇ ਹਾਂ ਆਪਾਂ। ਇਕਾਈ ਦਾ ਅੰਕ ਦੇਖੋ 1 1, 4 4, 9 9, 6 6। ਤਾਂ ਫਿਰ ਇਹਦਾ ਮਤਲਬ ਕੀ ਹੋ ਗਿਆ? ਸੰਖਿਆ ਦੇ ਇਕਾਈ ਅੰਕ, ਉਸ ਤੋਂ ਬਾਅਦ ਵਰਗ ਸੰਖਿਆ ਦਾ ਇਕਾਈ ਅੰਕ। ਅਗਰ ਸੰਖਿਆ ਦਾ ਇਕਾਈ ਅੰਕ 1 ਜਾਂ 9 ਹੈ ਤਾਂ ਉਹਨਾਂ ਦਾ ਵਰਗ ਸੰਖਿਆ ਦਾ ਅੰਕ ਕੀ ਹੋਊਗਾ? 1। 1 ਏਕਮ 1, 9 9 81। ਅਗਰ 2 ਜਾਂ 8 ਹੈ, 2 ਦੂਣੀ 4, 8 8 64, ਉਹਨਾਂ ਦੇ ਇਕਾਈ ਦਾ ਅੰਕ ਕੀ ਹੋਣਾ ਵਰਗ ਦਾ? 4। ਅਗਰ 3 ਜਾਂ 7 ਹੈ ਤਾਂ ਕਿੰਨਾ? ਦੇਖੋ ਧਿਆਨ ਨਾਲ 9। ਅਗਰ 4 ਜਾਂ 6 ਹੈ ਤਾਂ ਕਿੰਨਾ ਪਿੱਛੇ? 6। 5 ਕੱਲਾ ਰਹਿ ਗਿਆ ਜਾਂ 10 ਕੱਲਾ ਰਹਿ ਗਿਆ। ਤਾਂ ਇੱਥੇ ਖਾਸੀਅਤ ਦੇਖੋ। ਇੱਕ ਹੋਰ ਚੀਜ਼ ਅਗਰ ਯਾਦ ਰੱਖਣੀ ਹੋਵੇ, ਇਹਨਾਂ ਦੋਹਾਂ ਦਾ ਜੋੜ ਦੇਖੋ ਕਿੰਨਾ ਬਣ ਰਿਹਾ? 10 ਬਣ ਰਿਹਾ। 1 ਤੇ 9 10, 2 ਤੇ 8 10, 3 ਤੇ 7 10, 4 ਤੇ 6 10। ਤਾਂ ਜਿਹੜੇ ਆ ਦੋ ਅੰਕ ਨੇ, ਜਿਹੜੇ ਆ ਜੋੜੇ ਨੇ, ਜਿਨ੍ਹਾਂ ਦਾ ਜੋੜ 10 10 ਬਣ ਰਿਹਾ ਹੈ, ਉਹਨਾਂ ਦੇ ਜਿਹੜੇ ਵਰਗ ਇਕਾਈਆਂ ਦੇ ਅੰਕ ਕੀ ਹੁੰਦੇ ਨੇ? ਸੇਮ ਹੁੰਦੇ ਨੇ। 1 ਜਾਂ 9 ਦਾ 1, 2 ਜਾਂ 8 ਦਾ 4, 3 ਜਾਂ 7 ਦਾ 9, 4 ਜਾਂ 6 ਦਾ 6। ਤਾਂ ਇਹ ਹੋ ਗਿਆ ਆਪਣੇ ਕੋਲੇ ਨੈਕਸਟ ਪ੍ਰੋਪਰਟੀ, ਨੈਕਸਟ ਗੁਣ। ਜਿਹੜੀਆਂ ਪ੍ਰਾਪਰਟੀਆਂ ਹੁੰਦੀਆਂ ਨੇ ਨਾ, ਪ੍ਰਾਪਰਟੀਆਂ ਦਾ ਅਸਲ ਮਕਸਦ ਕੀ ਹੁੰਦਾ ਹੈ? ਕੁਐਸਚਨ ਨੂੰ ਬਿਨਾਂ ਹੱਲ ਕੀਤੇ ਸੋਲਵ ਕਰਨਾ, ਡਾਇਰੈਕਟ ਫਾਰਮੂਲਾ ਕੱਢਣਾ। ਤਾਂ ਇਹ ਉਹਦੀ ਸਪੈਸ਼ਲਟੀ ਆ ਹੈ। ਅਗਲੀ ਪ੍ਰੋਪਰਟੀ, ਪਹਿਲੀਆਂ ਲਗਾਤਾਰ ਟਾਂਕ ਸੰਖਿਆਵਾਂ ਦਾ ਜੋੜ। ਕਿੰਨੀਆਂ ਨੇ ਉਹ ਤੇ ਆਪਾਂ ਮੈਂ ਗੱਲ ਕਰ ਰਿਹਾ, ਉਦਾਹਰਨ ਲੈ ਕੇ ਚੱਲਦੇ ਹਾਂ। ਪਹਿਲੀਆਂ 2 ਲਗਾਤਾਰ ਟਾਂਕ ਸੰਖਿਆਵਾਂ ਦਾ ਜੋੜ। 1 + 3 ਕਿੰਨਾ ਹੋ ਗਿਆ? 4 ਹੋ ਗਿਆ। 4 ਹੋ ਗਿਆ ਨਾ। ਇਸ ਤੋਂ ਬਾਅਦ ਪਹਿਲੀਆਂ 3 ਦਾ ਕਰੀਏ। 1 3 5 ਕਿੰਨਾ ਹੋ ਗਿਆ? 9।
पहलियां 4 का करिए 1 3 5 7 जोड़ के देखो कितना हो गया 16। पहलियां 5 का करिए 25। हुण आ रिलेशन देखो, अगर 2 लगातार टांक संख्यावां का जोड़ है तो आंसर आ रहा 4। 3 लगातार टांक संख्यावां का जोड़ है, आंसर कितना आ रहा 9। 4 लगातार टांक संख्यावां का जोड़ है, कितना आंसर आ रहा 16। 5 का कितना आ रहा 25। तो रिलेशन की हो गया, इन्हां दा वर्ग हो गया 4 2 की घात 2 9 3 की घात 2 16 4 की घात 2 25 5 की घात 2। तो फिर डायरैक्ट देखो हुण इत्थे तां आपां फिर घट संख्यावां लईआं। अगर मैं कहता पहलियां 12 लगातार टांक संख्यावां दा जोड़फल पता करो, तो की करांगे फिर जिन्नियां लगातार संख्यावां ने उहदा वर्ग कर दांगे। 12 की घात 2 12 गुना 12 कितना आ गया 144। हुण मैं इहनूं पूरियां कर रहा, पूरे n ले लिया। n कोई भी संख्या हो सकती है, 2 3 4 5 6 7 8 9 10 20 25 50 100 200 कोई भी हो सकती है। तो पहलियां n लगातार टांक संख्यावां का जोड़ कितना आ गया n की घात 2 या n का वर्ग। अगले गुण ते की गल करते हैं आप, अगला गुण है जीरोआं नाल संबंधित। 0 10 100 500 6000 8000 10000। तो वह की कहता है, किसी संख्या दे वर्ग विच सिफरां दी गिनती, इत्थे मैं एक बार पेंडिंग छड्डता, आप चेक करते हैं क्योंकि डायरैक्ट प्रॉपर्टी लिखण नालों मैं कोशिश करूं उदाहरण के नाल समझा रहा तुहानूं। 10 की घात 2 10 गुना 10 100। 30 की घात 2 30 गुना 30 900। 70 की घात 2 70 गुना 70 4900। 130 की घात 2 130 गुना 130 16900। 500 की घात 2 500 गुना 500 5 5 25 4 0। 7000 की घात 2 7000 गुना 7000 7 7 49 टोटल 6 0। तो इत्थे सिफरां की गिनती देखो की है 2 4 6। तो 2 4 6 किहड़ियां संख्यावां ने अपने कोले, 2 4 6 किहड़ियां संख्यावां ने जिस्त संख्यावां। तो किसी भी संख्या के वर्ग विच जिहड़ी सिफरां की गिनती हुंदी है हमेशा जिस्त संख्या होती है। हुण की है कि 4000 वर्ग संख्या है, कि 4000 वर्ग संख्या है। इत्थे सीधा देखो सिफरां की गिनती कितनी है 3 3 की है टांक संख्या है, तो उहदी पहली शर्त की है किहड़ी संख्या होनी चाहिए है जिस्त संख्या। तो आप सीधा लिख देंगे नहीं यह वर्ग संख्या नहीं। तो बड़ी आसानी दे नाल आपां इन्हां प्रॉपर्टियां की सहायता दे नाल आपां की कर सकते हैं, डायरैक्ट क्वेश्चन नूं हल कर सकते हैं। अगला, किसी भी टांक संख्या दे वर्ग नूं 2 लगातार प्राकृतिक संख्यावां दे जोड़ दे रूप विच लिखिया जा सकता है। किसी भी टांक संख्या दे वर्ग नूं 2 लगातार प्राकृतिक संख्यावां दे जोड़ दे रूप विच
लिखिया जा सकता है। तो इत्थे शर्त है जिहड़ी टांक संख्या है वो एक ना होवे, क्योंकि एक का वर्ग एक है तो एक नूं आपां दो प्रकृतिक संख्यावां दे जोड़ च नहीं लिख सकते। तो शर्त इत्थे की होगी, एक तो बिना कोई भी टांक संख्या होवे। आपां चैक करते हैं, 3 का वर्ग 9, 3 का वर्ग कितना आ गया 9, 5 का वर्ग 25। किसी भी टांक संख्या का वर्ग एक तो बिना वर्ग कर लिया, दो लगातार प्रकृतिक संख्यावां के जोड़ च लिखा जा सकता है। देखो 9 4 ते 5, 25 12 + 13, 7 दी 2 49, 24 + 25 कोई भी ले सकते हो। 11 की घात 2 121, 60 + 61, 17 की घात 2 299, 144 + 145। तो नैक्सट जो प्रॉपर्टी है की कह रही है, किसी भी टांक संख्या के वर्ग नूं दो लगातार प्रकृतिक संख्यावां दे जोड़ के रूप विच दर्शाया जा सकता है। तो जो नैक्सट प्रॉपर्टी है वो की कह रही है, वो अपने कोले हैगी है, दो लगातार टांक जां जिस्त संख्यावां दे गुणनफल ते। उदाहरण 5 ते 7 दो लगातार टांक होन या दो लगातार जिस्त होन। तुसी कोई भी दो लगातार लैनी है। 12 14 15 17, देखो 5 7 35, 6 8 48, 12 14 168 गुना करो, इत्थे कितना आ गया गुना की 255। तो खासियत पता की है, हुण 35 की आ गया 36 चो 1 घटाया, 48 आ गया 49 चो 1 घटाया, ये आ गया 169 चो 1 घटाया, मतलब इस तो अगली संख्या चो 1 घटाता ना। तुसी कोई भी एक संख्या लै सकते हो, तुहाडे ते है। 36 किहदा वर्ग है 6 का, 49 7 का, 169 13 का, 256 16 का। तो की हो गया सिस्टम, देखो जिहड़ी इन्हां दे विचकार संख्या है 6 आ गई, ਉਹਦੀ 2 - 1, ਇਹਦੇ ਵਿਚਕਾਰ संख्या 7 2 - 1। ਤਾਂ फर्क की पै गया, ਵੱਡੀ संख्या आ जाए 42 गुना 44, हाँ जी ਇਹਦੇ ਵਿਚਾਲੇ आ गया 43, 43 की घात 2 - 1, 70 गुना 72 विचकार कितना आ गया 71 की 2 - 1, 91 गुना 93 विचकार 92 की 2 - 1। तो अपने कोले ये होगी, देखो ये प्रॉपर्टी जिस ते आपां गल कर रहे हैं। तो दोस्तों यह सी अपने कोले पहला टॉपिक वर्ग संख्यावां दे गुण। थैंक यू।